ਹੁਣ नहीं ਚੱਲਣੇ ਪੈਣਗੇ बीमा कंपनियां ਦੇ ਨਖਰੇ। 1 अप्रैल तो नवे नियम हो रहे ने लागू। ऑन एयर देख रहे दर्शकों का स्वागत। मैं हाँ कमलजीत सिद्धू। दस दिए कि बीमा कंपनियां नखरे करदियां ने, वो भी उस वेले जदों कोई रोड एक्सीडेंट हो जाता है, तो जो परिवार वालियां नूं क्लेम लेना पैंदा आ तो उसके वास्ते दर दियां ठोकरां खाणियां पैंदियां ने। और काफ़ी सारे इहो जे मामले सामने आके खड़ो जाते हैं, जिस करके परिवार जिस दे नाल हादसा आया हुंदा आ या जिन्हां दा नुकसान होया हुंदा आ, उन्हां नूं वड्डा जो आ एक तां घाटा पिया हुंदा ते दूसरे पासे अजिही समस्या विच फसदे आ कि कोई भी राह ये बीमा कंपनियां नहीं दिंदियां। पर हुण सरकार ने इस दा हल कढ लिया आ। इस हल दे विच हुण 1 अप्रैल तो नवीं हदायतां जारी कीतियां गईयां ने, नोटिफिकेशन जारी कर दिता गया आ। इस मुताबिक दस दिए कि हुण सरकार ने 1 अप्रैल तो ਜਿਹੜੇ ਨਵੇਂ ਨਿਯਮ ਲਾਗੂ ਕੀਤੇ ਨੇ, अगर ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਹਾਦਸਿਆਂ ਸੰਬੰਧੀ DAR ਤੇ ਇਸ ਦੀ ਰਿਪੋਰਟਿੰਗ ਨੂੰ ਲਾਜ਼ਮੀ ਬਣਾਉਣ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਆ। ਤਾਂ ਦੱਸ ਦਈਏ ਕਿ ਭਾਰਤ ਸਮੇਤ ਅਗਰ ਗੱਲ ਕਰ ਲਈ ਜਾਵੇ ਤਾਂ 5 ਮੁਲਕ ਨੇ ਪੂਰੀ ਦੁਨੀਆ ਦੇ ਜਿੱਥੇ ਸਭ ਤੋਂ ਵੱਧ ਸੜਕ ਹਾਦਸੇ ਹੁੰਦੇ ਨੇ। ਉਹਨਾਂ ਸੜਕ ਹਾਦਸਿਆਂ ਦੇ ਵਿੱਚ ਜਿੱਥੇ ਨੁਕਸਾਨ ਹੁੰਦਾ ਆ ਵਹੀਕਲਾਂ ਦਾ, ਉੱਥੇ ਵੱਡੀ ਗਿਣਤੀ ਦੇ ਵਿੱਚ ਜਾਨੀ ਨੁਕਸਾਨ ਵੀ ਹੁੰਦੇ ਨੇ। ਉਸ ਤੋਂ ਬਾਅਦ ਕਈ ਵਾਰੀ ਬੀਮੇ ਕਰਾਏ ਗਏ ਹੁੰਦੇ ਨੇ, ਚਾਹੇ ਵਾਹਨ ਦਾ ਚਾਹੇ ਆਪਣਾ ਖੁਦ ਦਾ। ਤਾਂ ਅਜਿਹੇ ਪਰਿਵਾਰ ਜਦੋਂ ਕਿਸੇ ਬੀਮਾ ਕੰਪਨੀ ਤੋਂ ਜਿੱਥੋਂ ਉਹਨਾਂ ਨੇ ਬੀਮਾ ਕਰਵਾਇਆ ਹੁੰਦਾ ਆ ਤਾਂ ਉਸ ਦੇ ਬਾਰੇ ਜੋ ਕਲੇਮ ਮਿਲਣਾ ਹੁੰਦਾ ਆ ਉਹ ਲੈਣ ਜਾਂਦੇ ਨੇ। ਤਾਂ ਅਨੇਕਾਂ ਹੀ ਮਾਮਲਿਆਂ ਦੇ ਵਿੱਚ ਉਹਨਾਂ ਨੂੰ ਉਲਝਾ ਲਿਆ ਜਾਂਦਾ ਆ। ਉਲਝਾਏ ਹੋਏ ਲੋਕ ਕਈ ਵਾਰੀ ਇੰਨਾ ਅੱਕ ਜਾਂਦੇ ਨੇ, ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਆਖਰ ਹੁਣ ਕੀਤਾ ਕੀ ਜਾਵੇ। ਇਸ ਮਾਮਲੇ ਨੂੰ ਲੈ ਕੇ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਆ, ਜਿਸ ਦੇ ਵਿੱਚ ਹੁਣ ਨਵੀਆਂ ਜੋ ਹਦਾਇਤਾਂ ਨੇ 1 ਅਪ੍ਰੈਲ ਤੋਂ ਲਾਗੂ ਹੋ ਜਾਣਗੀਆਂ। ਸੋ ਇਸ ਤਰੀਕੇ ਦੀ ਸਮੱਸਿਆ ਦੇ ਵਿੱਚ ਹੁਣ ਤੁਸੀਂ ਉਲਝਣ ਤੋਂ ਬਚ ਜਾਓਗੇ। ਤਾਂ ਦੱਸਦੇ ਹਾਂ ਕਿ ਆਖਰ ਕੀ ਕਹਿਣਾ ਆ ਇਸ ਨਵੇਂ ਨੋਟੀਫਿਕੇਸ਼ਨ ਦੇ ਵਿੱਚ। ਤਾਂ ਦੱਸ ਦਈਏ ਕਿ ਭਾਰਤ ਦੁਨੀਆ ਦੇ ਉਹਨਾਂ 5 ਦੇਸ਼ਾਂ ਵਿੱਚੋਂ ਇੱਕ ਆ ਜਿੱਥੇ ਸਭ ਤੋਂ ਵੱਧ ਸੜਕ ਹਾਦਸੇ ਹੁੰਦੇ ਨੇ। ਹਰ ਰੋਜ਼ ਕਿਸੇ ਨਾ ਕਿਸੇ ਸੜਕ ਹਾਦਸੇ ਬਾਰੇ ਅਸੀਂ ਖਬਰਾਂ ਦੇ ਵਿੱਚ ਪੜ੍ਹਦੇ ਰਹਿੰਦੇ ਹਾਂ। ਇਹਨਾਂ ਹਾਦਸਿਆਂ ਤੋਂ ਬਾਅਦ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰ ਹਸਪਤਾਲਾਂ ਅਤੇ ਬੀਮਾ ਕੰਪਨੀਆਂ ਦੇ ਗੇੜੇ ਮਾਰ-ਮਾਰ ਥੱਕ ਜਾਂਦੇ ਨੇ। ਤਾਂ ਹੁਣ ਜੋ ਹੱਲ ਕੱਢਿਆ ਆ ਉਸ ਦੇ ਵਿੱਚ ਸੜਕ ਮੰਤਰਾਲੇ ਦੇ ਬਿਆਨ ਦੇ ਅਨੁਸਾਰ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ MACT ਵੱਲੋਂ ਦਾਅਵਿਆਂ ਦੇ ਜਲਦੀ ਨਿਪਟਾਰੇ, ਹਾਦਸਿਆਂ ਦੀ ਜਾਂਚ, ਸੰਪੂਰਨ ਦੁਰਘਟਨਾ ਰਿਪੋਰਟ ਜਿਹਨੂੰ DAR ਅਤੇ ਇਸ ਦੀ ਰਿਪੋਰਟਿੰਗ ਨੂੰ ਲਾਜ਼ਮੀ ਬਣਾਉਣ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਪ੍ਰਕਿਰਿਆ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਹ ਨਵਾਂ ਨਿਯਮ 1 ਅਪ੍ਰੈਲ 2022 ਤੋਂ ਲਾਗੂ ਹੋ ਜਾਵੇਗਾ। ਤਾਂ ਇਹ ਸੂਚਨਾ ਅਨੁਸਾਰ ਸੜਕ ਹਾਦਸੇ ਵਿੱਚ ਸੂਚਨਾ ਮਿਲਣ ਤੇ ਪੁਲਿਸ ਦੇ ਤਫਤੀਸ਼ੀ ਅਫਸਰ ਹਾਦਸੇ ਵਾਲੀ ਥਾਂ ਦਾ ਮੁਆਇਨਾ ਕਰਨਗੇ, ਹਾਦਸੇ ਵਾਲੀ ਥਾਂ ਦੀ ਫੋਟੋ ਲੈਣਗੇ ਅਤੇ ਹਾਦਸੇ 'ਚ ਲੱਗੇ ਵਾਹਨ ਦੀ ਜਾਂਚ ਕਰਨਗੇ। ਇਹ ਧਿਆਨ ਦੇਣਾ ਹੋਏਗਾ ਤੁਹਾਨੂੰ, ਜੋ ਮੈਂ ਕਹਿ ਰਿਹਾ ਹੈਗਾ ਇਸ ਦੇ ਉੱਤੇ ਧਿਆਨ ਦੇਣਾ ਹੋਵੇਗਾ ਕਿ ਅਸੀਂ ਸਾਰੇ ਲੋਕ ਜੋ ਆ ਸੜਕ ਦੇ ਉੱਤੇ ਉਤਰਦੇ ਆ, ਅਸੀਂ ਸਾਰਿਆਂ ਨੇ ਵਹੀਕਲ ਰੱਖੇ ਹੋਏ ਨੇ, ਪਰ ਜ਼ਿੰਦਗੀ ਬਹੁਤ ਜ਼ਰੂਰੀ ਹੈ। ਨਿੱਕੀ ਜੀ ਗਲਤੀ ਦੁਰਘਟਨਾ ਨੂੰ ਜਨਮ ਦੇ ਸਕਦੀ ਹੈ। ਉਹ ਨਿੱਕੀ ਜੀ ਗਲਤੀ ਦੁਰਘਟਨਾ ਵਿੱਚ ਤੁਹਾਡਾ ਨੁਕਸਾਨ ਕਰ ਸਕਦੀ ਹੈ। ਆਰਥਿਕ ਔਰ ਜਾਨੀ ਨੁਕਸਾਨ ਦੋਨੇ ਹੋ ਸਕਦੇ ਨੇ। ਇਸ ਨੂੰ ਲੈ ਕੇ ਇਸ ਗੱਲ ਦੇ ਉੱਤੇ ਗੌਰ ਕਰਨਾ ਪਏਗਾ ਕਿ ਹੁਣ ਤੁਸੀਂ ਇਹਨਾਂ ਮਸਲਿਆਂ ਦੇ ਵਿੱਚੋਂ ਬਚ ਸਕਦੇ ਹੋ। ਤਾਂ ਇਸ ਦੇ ਵਿੱਚ ਹੁਣ ਫਿਰ ਮੈਂ ਦੱਸਣਾ ਚਾਹੂੰਗਾ ਕਿ ਸੜਕ ਹਾਦਸੇ ਦੀ ਸੂਚਨਾ ਮਿਲਣ ਤੇ ਪੁਲਿਸ ਦੇ ਤਫਤੀਸ਼ੀ ਅਫਸਰ ਜੋ ਨੇ ਹਾਦਸੇ ਵਾਲੀ ਥਾਂ ਦੀ ਜਾਂਚ ਕਰਨਗੇ, ਹਾਦਸੇ ਵਾਲੀ ਥਾਂ ਦੀ ਫੋਟੋ ਲੈਣਗੇ ਅਤੇ ਹਾਦਸੇ 'ਚ ਲੱਗੇ ਵਾਹਨ ਦੀ ਜਾਂਚ ਕਰਨਗੇ। ਸੂਚਨਾ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਸੱਟ ਲੱਗਣ ਦੀ ਸਥਿਤੀ ਵਿੱਚ ਜਾਂਚ ਅਧਿਕਾਰੀ ਹਸਪਤਾਲ ਵਿੱਚ ਜ਼ਖਮੀਆਂ ਦੀਆਂ ਫੋਟੋਆਂ ਵੀ ਲੈਣਗੇ। ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਉਸ ਦੇ ਵਿੱਚ ਜਾਂਚ ਅਧਿਕਾਰੀ ਚਸ਼ਮਦੀਦ ਗਵਾਹਾਂ ਅਤੇ ਦਰਸ਼ਕਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਅਗਲਾ ਕਦਮ ਚੁੱਕਣਗੇ, ਕਿਉਂਕਿ ਜਿਹੜੇ ਮੌਕੇ ਦੇ ਗਵਾਹ ਹੋਣਗੇ ਅਗਰ ਉਹਨਾਂ ਦੀ ਗੱਲ ਕਰ ਲਈ ਜਾਵੇ ਤਾਂ ਉਹਨਾਂ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ। ਇਸ ਦੇ ਨਾਲ ਹੀ ਜਾਂਚ ਅਧਿਕਾਰੀ ਫਾਰਮ 1 ਵਿੱਚ ਫਸਟ ਐਕਸੀਡੈਂਟ ਰਿਪੋਰਟ ਜੋ ਆ ਉਹ ਜਮ੍ਹਾਂ ਕਰਕੇ ਹਾਦਸੇ ਦੇ 48 ਘੰਟਿਆਂ ਦੇ ਅੰਦਰ ਕਲੇਮ ਟ੍ਰਿਬਿਊਨਲ ਨੂੰ ਸੂਚਨਾ ਦੇਣਗੇ। ਹਾਲਾਂਕਿ ਜੇਕਰ ਬੀਮਾ ਪਾਲਿਸੀ ਦੇ ਵੇਰਵੇ ਮੌਜੂਦ ਨੇ ਤਾਂ ਦੁਰਘਟਨਾ ਦੀ ਸੂਚਨਾ
ਫਾਰਮ ਨੰਬਰ 1 ਵਿੱਚ ਸੰਬੰਧਿਤ ਵਾਹਨ ਦੀ ਬੀਮਾ ਕੰਪਨੀ ਦੇ ਨੋਡਲ ਅਫਸਰ ਨੂੰ ਵੀ ਦਿੱਤੀ ਜਾਵੇਗੀ। ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਫਾਰਮ 1 ਦੀ ਇੱਕ ਕਾਪੀ ਪੀੜਤ ਵਿਅਕਤੀ, ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਬੀਮਾ ਕਰਤਾ ਨੂੰ ਵੀ ਪ੍ਰਦਾਨ ਕੀਤੀ ਜਾਵੇਗੀ। ਜੇਕਰ ਉਪਲਬਧ ਹੋਵੇ ਤਾਂ ਇਸ ਨੂੰ ਰਾਜ ਪੁਲਿਸ ਦੀ ਵੈਬਸਾਈਟ ਦੇ ਉੱਤੇ ਵੀ ਅਪਲੋਡ ਕੀਤਾ ਜਾਵੇਗਾ। ਇਸ ਦੇ ਨਾਲ ਹੀ ਜਾਂਚ ਅਧਿਕਾਰੀ ਦੁਰਘਟਨਾ ਵਿੱਚ ਸ਼ਾਮਲ ਵਾਹਨ ਦੇ ਡਰਾਈਵਰ ਨੂੰ ਫਾਰਮ 3 ਦੀ ਇੱਕ ਖਾਲੀ ਕਾਪੀ ਪ੍ਰਦਾਨ ਕਰੇਗਾ ਅਤੇ ਡਰਾਈਵਰ ਨੂੰ ਫਾਰਮ 3 ਵਿੱਚ ਸੰਬੰਧਿਤ ਜਾਣਕਾਰੀ ਜਾਂਚ ਅਧਿਕਾਰੀ ਨੂੰ ਸੌਂਪਣੀ ਹੋਏਗੀ। ਡਰਾਈਵਰ ਨੂੰ 30 ਦਿਨਾਂ ਦਾ ਸਮਾਂ ਦਿੱਤਾ ਜਾਵੇਗਾ, ਜਦੋਂ ਕਿ ਜੇਕਰ ਦੁਰਘਟਨਾ ਵਿੱਚ ਨਾਬਾਲਗ ਬੱਚੇ ਸ਼ਾਮਲ ਹੁੰਦੇ ਨੇ ਤਾਂ ਨੋਟੀਫਿਕੇਸ਼ਨ ਵਿੱਚ ਇਹ ਗੱਲ ਕਹੀ ਗਈ ਹੈ ਕਿ ਜਾਂਚ ਅਧਿਕਾਰੀ ਪੀੜਤਾਂ ਨੂੰ ਇੱਕ ਖਾਲੀ ਫਾਰਮ VIA ਪ੍ਰਦਾਨ ਕਰੇਗਾ। 60 ਦਿਨਾਂ ਦੇ ਅੰਦਰ ਲੋੜੀਂਦੀ ਜਾਣਕਾਰੀ ਦਸਤਾਵੇਜ਼ ਜਾਂਚ ਅਧਿਕਾਰੀ ਨੂੰ ਦੇਣੇ ਜ਼ਰੂਰੀ ਹੋਣਗੇ। ਤਾਂ ਟ੍ਰੈਫਿਕ ਸੰਬੰਧਿਤ ਮੌਤ ਦਰ ਦੀ ਅਗਰ ਗੱਲ ਕੀਤੀ ਜਾਵੇ ਤਾਂ ਦੇਸ਼ਾਂ ਦੀ ਇਹ ਸੂਚੀ ਪ੍ਰਤੀ ਵਿਅਕਤੀ ਸੜਕ ਮੌਤਾਂ ਦੀ ਸਾਲਾਨਾ ਸੰਖਿਆ, ਪ੍ਰਤੀ ਮੋਟਰ ਵਾਹਨਾਂ ਦੀ ਸੰਖਿਆ ਅਤੇ ਕੁਝ ਦੇਸ਼ਾਂ ਵਿੱਚ ਪ੍ਰਤੀ ਵਾਹਨ ਕਿਲੋਮੀਟਰ ਦਰਸਾਉਂਦੇ ਨੇ, ਜਿਸ ਨਾਲ ਡੇਟਾ ਜਿਹੜਾ ਆ ਉਹ ਇਕੱਠਾ ਕੀਤਾ ਜਾਂਦਾ। ਵਿਸ਼ਵ ਸਿਹਤ ਸੰਗਠਨ ਦੀ ਇੱਥੇ ਗੱਲ ਕਰ ਲਈ ਜਾਵੇ ਤਾਂ ਸੜਕੀ ਆਵਾਜਾਈ ਦੀਆਂ ਸੱਟਾਂ ਕਾਰਨ 2016 ਵਿੱਚ ਦੁਨੀਆ ਭਰ ਦੇ ਵਿੱਚ ਔਸਤਨ 1.35 ਮਿਲੀਅਨ ਮੌਤਾਂ ਹੋਈਆਂ ਨੇ, ਯਾਨੀ ਕਿ ਹਰ 25 ਸਕਿੰਟਾਂ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ। ਸਿਰਫ 28 ਦੇਸ਼ਾਂ ਜੋ ਕਿ 449 ਮਿਲੀਅਨ ਲੋਕਾਂ, ਵਿਸ਼ਵ ਦੀ ਆਬਾਦੀ ਦਾ ਜੋ 7% ਬਣਦੇ ਨੇ, ਦੀ ਨੁਮਾਇੰਦਗੀ ਕਰਦੇ ਨੇ। ਇਹ ਜਿਹੇ ਕਾਨੂੰਨ ਨੇ ਜੋ ਤੇਜ਼ ਰਫ਼ਤਾਰ, ਸ਼ਰਾਬੀ ਡਰਾਈਵਿੰਗ, ਹੈਲਮਟ, ਸੀਟ ਬੈਲਟ ਅਤੇ ਬੱਚਿਆਂ ਦੀ ਪਾਬੰਦੀ ਦੇ 5 ਜੋਖਮ ਕਾਰਕਾਂ ਨੂੰ ਸੰਬੋਧਨ ਕਰਦੇ ਨੇ। ਘੱਟ ਅਤੇ ਵੱਧ ਆਮਦਨ ਵਾਲੇ ਦੇਸ਼ਾਂ ਵਿੱਚ ਸੜਕੀ ਆਵਾਜਾਈ ਵਿੱਚ ਹੋਣ ਵਾਲੀਆਂ ਮੌਤਾਂ ਵਿੱਚੋਂ 1/3 ਤੋਂ ਵੱਧ ਪੈਦਲ ਚੱਲਣ ਵਾਲਿਆਂ ਅਤੇ ਸਾਈਕਲ ਸਵਾਰਾਂ ਵਿੱਚ ਹੁੰਦੀਆਂ ਨੇ। ਹਾਲਾਂਕਿ ਘੱਟ ਆਮਦਨ ਦੀ ਅਗਰ ਗੱਲ ਕੀਤੀ ਜਾਵੇ, ਘੱਟ ਅਤੇ ਮੱਧ ਆਮਦਨ ਵਾਲੇ ਦੇਸ਼ਾਂ ਵਿੱਚ 35% ਤੋਂ ਘੱਟ ਕੋਲ ਇਹ ਸੜਕ ਉਪਭੋਗਤਾਵਾਂ ਦੀ ਸੁਰੱਖਿਆ ਲਈ ਨੀਤੀਆਂ ਨੇ ਜਿਹੜੇ ਵਰਤੋਂ ਕਰਦੇ ਨੇ। ਔਸਤਨ ਦਰ 17.4 ਪ੍ਰਤੀ ਯਾਨੀ ਕਿ 1 ਲੱਖ ਲੋਕ ਸਨ। ਘੱਟ ਆਮਦਨ ਵਾਲੇ ਦੇਸ਼ਾਂ ਵਿੱਚ ਹੁਣ ਸਭ ਤੋਂ ਵੱਧ ਸਾਲਾਨਾ ਸੜਕ ਆਵਾਜਾਈ ਮੌਤ ਦਰ ਤੋਂ 24.1 ਪ੍ਰਤੀ ਯਾਨੀ ਕਿ 1 ਲੱਖ ਹੈ, ਜਦੋਂ ਕਿ ਉੱਚ ਆਮਦਨ ਵਾਲੇ ਦੇਸ਼ਾਂ ਵਿੱਚ ਦਰ ਸਭ ਤੋਂ ਘੱਟ ਪ੍ਰਤੀ ਜੋ ਹੈ ਉਹ 1 ਲੱਖ ਵਿੱਚ 9.2 ਹੈ। 74% ਸੜਕ ਆਵਾਜਾਈ ਮੌਤਾਂ ਵੱਧ ਆਮਦਨ ਵਾਲੇ ਦੇਸ਼ਾਂ ਵਿੱਚ ਹੁੰਦੀਆਂ ਨੇ, ਜੋ ਵਿਸ਼ਵ ਦੇ ਰਜਿਸਟਰਡ ਵਾਹਨਾਂ ਦਾ ਸਿਰਫ 53% ਹਨ। ਘੱਟ ਆਮਦਨ ਵਾਲੇ ਦੇਸ਼ਾਂ ਵਿੱਚ ਇਹ ਹੋਰ ਵੀ ਮਾੜਾ ਹੈ। ਦੁਨੀਆ ਦੀਆਂ ਰਜਿਸਟਰਡ ਕਾਰਾਂ ਵਿੱਚੋਂ ਸਿਰਫ 1% ਦੁਨੀਆ ਦੀਆਂ ਸੜਕੀ ਆਵਾਜਾਈ ਦੀਆਂ ਮੌਤਾਂ ਦਾ 16% ਹੁੰਦੀਆਂ ਨੇ। ਇਹ ਦੱਸਦੀਆਂ ਨੇ ਕਿ ਇਹ ਦੇਸ਼ ਆਪਣੇ ਮੋਟਰਾਈਜੇਸ਼ਨ ਦੇ ਪੱਧਰ ਦੇ ਮੁਕਾਬਲੇ ਸੜਕੀ ਟ੍ਰੈਫਿਕ ਮੌਤਾਂ ਦਾ ਅਨੁਪਾਤਕ ਤੌਰ ਦੇ ਉੱਤੇ ਬੋਝ ਚੱਲਦੇ ਨੇ। ਖੇਤਰਾਂ ਦੇ ਵਿਚਕਾਰ ਸੜਕੀ ਆਵਾਜਾਈ ਮੌਤ ਦਰ ਵਿੱਚ ਵੱਡੀਆਂ ਅਸਮਾਨਤਾਵਾਂ ਨੇ। ਸੜਕੀ ਆਵਾਜਾਈ ਦੀ ਸੱਟ ਦੇ ਨਤੀਜੇ ਵਜੋਂ ਮਰਨ ਦਾ ਜੋਖਮ ਅਫਰੀਕੀ ਖੇਤਰ ਦੇ ਵਿੱਚ ਸਭ ਤੋਂ ਵੱਧ ਹੈ ਅਤੇ ਯੂਰਪੀਅਨ ਖੇਤਰ ਵਿੱਚ ਸਭ ਤੋਂ ਘੱਟ। 15 ਤੋਂ 44 ਸਾਲ ਦੀ ਉਮਰ ਦੇ ਬਾਲਗ ਵਿਸ਼ਵ ਪੱਧਰ ਤੇ ਸੜਕ ਆਵਾਜਾਈ ਮੌਤਾਂ ਦਾ 59% ਹਿੱਸਾ ਨੇ। ਸੜਕ ਮੌਤਾਂ ਦਾ 77% ਮਰਦ ਨੇ। ਕੁੱਲ ਮੌਤਾਂ ਦੇ ਅੰਕੜਿਆਂ ਦੀ ਗੱਲ ਕਰ ਲਈ ਜਾਵੇ ਤਾਂ WHO ਦੀ ਰਿਪੋਰਟ ਅਨੁਸਾਰ ਜੋ ਅੰਕੜੇ ਇਕੱਠੇ ਕੀਤੇ ਜਾਂਦੇ ਨੇ ਉਹ ਇਹਨਾਂ ਦੇਸ਼ਾਂ ਤੋਂ ਆਉਂਦੇ ਨੇ। ਕਈ ਦੇਸ਼ਾਂ ਵਿੱਚ ਵੱਖ-ਵੱਖ ਰਿਪੋਰਟਿੰਗ ਅਤੇ ਗਿਣਤੀ ਦੇ ਤਰੀਕਿਆਂ ਨੂੰ ਦਰਸਾਉਣ ਲਈ ਅਕਸਰ ਸੜਕ ਆਵਾਜਾਈ ਦੀਆਂ ਮੌਤਾਂ ਦੀ ਇੱਕ ਸੰਖਿਆ ਹੁੰਦੀ ਹੈ। ਉਦਾਹਰਨ ਲਈ ਹਾਦਸੇ ਦੀ ਘਟਨਾ ਦੇ ਕਿੰਨੇ ਦਿਨਾਂ ਬਾਅਦ ਮੌਤ ਨੂੰ ਅਜੇ ਵੀ ਸੜਕੀ ਘਾਤਕ ਵਜੋਂ ਗਿਣਿਆ ਜਾਂਦਾ ਹੈ। ਅੰਤਰਰਾਸ਼ਟਰੀ ਮਾਨਕਾਂ ਦੁਆਰਾ 30 ਦਿਨਾਂ ਦੀ ਮਿਆਦ ਲਈ ਸਮਾਯੋਜਿਤ ਕੁਝ ਦੇਸ਼ਾਂ ਵਿੱਚ ਘੱਟੋ-ਘੱਟ ਰਿਪੋਰਟਿੰਗ ਲਈ ਮੁਆਵਜ਼ੇ ਦੀ ਅਗਰ ਗੱਲ ਕੀਤੀ ਜਾਵੇ ਤਾਂ ਸਥਿਤੀ ਬੜੀ ਗੰਭੀਰ ਬਣ ਜਾਂਦੀ ਹੈ। ਕੁਝ ਦੇਸ਼ਾਂ ਵਿੱਚ ਨਤੀਜੇ ਜੋ ਨੇ ਸਾਲ ਦਰ ਸਾਲ ਬਦਲ ਜਾਂਦੇ ਨੇ। ਉਦਾਹਰਨ ਵਜੋਂ ਜਾਪਾਨ ਵਿੱਚ 2021 ਦੀ ਗੱਲ ਕੀਤੀ ਜਾਵੇ ਤਾਂ 2636 ਮੌਤਾਂ ਹੋਈਆਂ ਨੇ, ਜੋ ਕਿ ਪਿਛਲੇ ਸਾਲ ਨਾਲੋਂ 7% ਘੱਟ ਨੇ। ਤਾਂ ਫਿਲਹਾਲ ਇੱਕ ਵੱਡੀ ਜੋ ਕਾਰਵਾਈ ਹੈ ਅਗਰ ਉਸ ਦੀ ਗੱਲ ਕੀਤੀ ਜਾਵੇ ਸੜਕ ਹਾਦਸਿਆਂ ਨੂੰ ਲੈ ਕੇ, ਹੁਣ ਲੋਕਾਂ ਨੂੰ 1 ਅਪ੍ਰੈਲ ਤੋਂ ਬਾਅਦ ਜੋ ਨਿਯਮ ਨੇ ਉਹ ਨਵੇਂ ਸਾਹਮਣੇ ਆ ਜਾਣਗੇ ਔਰ ਨਵੇਂ ਨਿਯਮਾਂ ਦੇ ਮੁਤਾਬਕ ਹੁਣ ਪਹਿਲਾਂ ਵਰਗਾ ਜੋ ਮਸਲਾ ਨਹੀਂ ਰਹੇਗਾ, ਜਿਸ ਦੇ ਵਿੱਚ ਬੀਮਾ ਕੰਪਨੀਆਂ ਦੇ ਨਖਰੇ ਜਿਹੜੇ ਨੇ ਪਹਿਲਾਂ ਤਾਂ ਸੱਟ ਜਾਂ ਹਾਦਸਾ ਜਾਂ ਫਿਰ ਨੁਕਸਾਨ ਹੋਇਆ ਹੁੰਦਾ ਸੀ, ਪਰ ਹੁਣ ਇਸ ਤਰੀਕੇ ਨਹੀਂ ਹੋਏਗਾ। ਜਿਹੜੇ ਫਾਰਮ ਜਾਰੀ ਕੀਤੇ ਨੇ ਉਸ ਦੇ ਵਿੱਚ ਸਾਰੀ ਰਿਪੋਰਟਿੰਗ ਜੋ ਆ ਉਹ ਦੱਸਣੀ ਪਵੇਗੀ। ਇਸ ਤੋਂ ਇਲਾਵਾ ਜੋ ਜਾਂਚ ਅਧਿਕਾਰੀ ਨੇ ਉਹਨਾਂ ਨੂੰ ਇੱਕ ਤੈਅਸ਼ੁਦਾ ਸਮਾਂ ਦਿੱਤਾ ਜਾਏਗਾ, ਜਿਸ ਦੇ ਵਿੱਚ ਉਹ ਆਪਣੇ ਤਰੀਕੇ ਜਾਂਚ ਕਰਨ ਤੋਂ ਬਾਅਦ ਜੋ ਬੀਮਾ
ਕੰਪਨੀ ਹੈ ਉੱਥੇ ਤੱਕ ਸਾਰੀ ਰਿਪੋਰਟ ਦੇਣਗੇ ਔਰ ਖਾਸ ਤੌਰ ਤੇ ਜਿਹੜੇ ਮੌਕੇ ਦੇ ਗਵਾਹ ਜਾਂ ਦਰਸ਼ਕ ਹੋਣਗੇ ਜਾਂ ਜਿਨ੍ਹਾਂ ਪਰਿਵਾਰਾਂ ਦੇ ਨਾਲ ਇਹ ਹਾਦਸਾ ਹੋਇਆ ਆ ਉਹਨਾਂ ਦੇ ਨਾਲ ਗੱਲਬਾਤ ਕਰਕੇ ਪੂਰੀ ਰਿਪੋਰਟਿੰਗ ਤਿਆਰ ਕਰਨਗੇ। ਰਿਪੋਰਟਿੰਗ ਤੋਂ ਬਾਅਦ ਹੁਣ ਪਹਿਲਾਂ ਵਾਂਗੂ ਲੋਕਾਂ ਨੂੰ ਮਸਲਿਆਂ ਦੇ ਵਿੱਚ ਨਹੀਂ ਫਸਣਾ ਪਵੇਗਾ। ਵੱਡੀ ਗੱਲ ਇਹ ਹੈ ਕਿ ਹੁਣ ਲੋਕਾਂ ਦਾ 1 ਅਪ੍ਰੈਲ ਤੋਂ ਬਾਅਦ ਇਸ ਮਾਮਲੇ ਨੂੰ ਲੈ ਕੇ, ਕਿਉਂਕਿ ਭਾਰਤ ਵੀ ਸੜਕ ਹਾਦਸਿਆਂ ਦੇ ਵਿੱਚ ਅੱਗੇ ਹੈ, ਦੁਨੀਆ ਦੇ 5 ਦੇਸ਼ਾਂ 'ਚ ਸ਼ਾਮਲ ਹੈ। ਗੱਲ ਜੇ ਅਸੀਂ ਪੰਜਾਬ ਦੀ ਕਰ ਲਈ ਜਾਵੇ ਤਾਂ ਪੰਜਾਬ ਦੇ ਵਿੱਚ ਸ਼ਾਇਦ ਹੀ ਕੋਈ ਦਿਨ ਅਜਿਹਾ ਹੁੰਦਾ ਹੋਵੇਗਾ ਜਦੋਂ ਕੋਈ ਸੜਕ ਹਾਦਸਾ ਨਾ ਹੋਇਆ ਹੋਵੇ। ਤੇ ਇਸ ਸੜਕ ਹਾਦਸੇ ਵਿੱਚ ਚਾਹੇ ਬੀਮਾ ਕਰਾਇਆ ਵੀ ਹੁੰਦਾ ਹੈ, ਕਈ ਵਾਰੀ ਨਹੀਂ ਵੀ ਕਰਾਇਆ ਹੁੰਦਾ। ਜੇ ਬੀਮਾ ਕਰਾਇਆ ਹੁੰਦਾ ਤਾਂ ਸਭ ਤੋਂ ਵੱਡੀ ਸਮੱਸਿਆ ਇਹੀ ਹੋ ਜਾਂਦੀ ਹੈ ਕਿ ਆਖਰ ਬੀਮਾ ਕੰਪਨੀਆਂ ਦੇ ਗੇੜੇ ਕੱਢਣੇ ਪੈਂਦੇ ਨੇ। ਮੌਕਾ ਇਹ ਹਾਲਾਤ ਕਈ ਵਾਰੀ ਸਿਰਫ ਹਾਦਸੇ ਦੇ ਵਿੱਚੋਂ ਜਿਹੜਾ ਵਿਅਕਤੀ ਚਲਾ ਗਿਆ ਹੁੰਦਾ ਦੁਨੀਆ ਤੋਂ ਜਾਂ ਜ਼ਖਮੀ ਹੋ ਚੁੱਕਿਆ ਹੁੰਦਾ ਹੈ, ਸਾਰਾ ਧਿਆਨ ਉਸ ਪਾਸੇ ਹੁੰਦਾ ਆ ਔਰ ਉਸ ਦੀ ਕੋਈ ਵੀ ਅਜਿਹੀ ਸਬੂਤ ਕਈ ਵਾਰੀ ਉਸ ਜਗ੍ਹਾ ਤੇ ਨਹੀਂ ਹੁੰਦੇ। ਜੇ ਪੁਲਿਸ ਰਿਪੋਰਟ ਹੋ ਜਾਂਦੀ ਹੈ ਤਾਂ ਸ਼ਾਇਦ ਕੁਝ ਦਸਤਾਵੇਜ਼ ਹੋ ਜਾਂਦੇ ਨੇ, ਪਰ ਨਹੀਂ ਤਾਂ ਆਮ ਤੌਰ ਤੇ ਬਹੁਤੇ ਹਾਦਸੇ ਅਜਿਹੇ ਹੁੰਦੇ ਨੇ ਜਿਸ ਦੇ ਵਿੱਚ ਪਤਾ ਹੀ ਨਹੀਂ ਲੱਗ ਰਿਹਾ ਹੁੰਦਾ। ਤੇ ਇਸ ਨੂੰ ਲੈ ਕੇ ਹੀ ਹੁਣ ਜੋ ਆ ਰਿਪੋਰਟ ਜਿਹੜੀ ਆ ਜਾਂਚ ਅਧਿਕਾਰੀ ਜਿਨ੍ਹਾਂ ਨੂੰ ਇਹ ਕੰਮ ਸੌਂਪਿਆ ਗਿਆ ਉਹਨਾਂ ਨੂੰ ਦੇਣੀ ਪਵੇਗੀ ਔਰ ਉਸ ਦੇ ਆਧਾਰ ਦੇ ਉੱਤੇ ਹਰ ਹੀਲੇ ਹੁਣ ਬੀਮਾ ਕੰਪਨੀਆਂ ਨੂੰ ਪੀੜਤ ਧਿਰ ਦੇ ਨਾਲ ਖੜੋਣਾ ਪਵੇਗਾ, ਜਲਦੀ ਤੋਂ ਜਲਦੀ ਉਹਨਾਂ ਦਾ ਹੱਲ ਕਰਨਾ ਪਵੇਗਾ। ਸੋ ਅਜਿਹੀ ਜਾਣਕਾਰੀ ਲਈ ਲਗਾਤਾਰ ਜੁੜੇ ਰਹੋ ਔਨ 에ਅਰ ਦੇ ਨਾਲ। ਧੰਨਵਾਦ।